ਕੋਲੇ ਦੀ ਕਮੀ ਕਰਕੇ ਪੰਜਾਬ 'ਚ ਗਰਾਇਆ ਬਿਜਲੀ ਸੰਕਟ। ਸੂਬੇ ਕੋਲ ਬਚਿਆ ਕੁਝ ਹੀ ਦਿਨਾਂ ਦਾ ਕੋਲਾ। ਸੀਐਮ ਚੰਨੀ ਨੇ ਕੇਂਦਰ ਤੋਂ ਸਪਲਾਈ ਵਧਾਉਣ ਦੀ ਕੀਤੀ ਅਪੀਲ। ਲਖੀਮਪੁਰ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ। ਹੁਣ ਤੱਕ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ ਯੂਪੀ ਪੁਲਿਸ। ਸਵੇਰੇ 11 ਵਜੇ ਤੋਂ ਚੱਲ ਰਹੀ ਹੈ ਮੈਰਾਥਨ ਪੁੱਛਗਿੱਛ। ਲਖੀਮਪੁਰ ਕਾਂਡ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ। 12 ਅਕਤੂਬਰ ਨੂੰ ਮਨਾਉਣਗੇ ਸ਼ਹੀਦ ਸਮ੍ਰਿਤੀ ਦਿਵਸ। 15 ਨੂੰ ਪੁਤਲਾ ਫੂਕ ਪ੍ਰਦਰਸ਼ਨ। 18 ਨੂੰ ਰੋਕਣਗੇ ਰੇਲਾਂ। ਲਖਨਊ ਦੇ ਵਿੱਚ ਮਹਾਂ ਪੰਚਾਇਤ ਕਰਨ ਦਾ ਵੀ ਐਲਾਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ। ਸਿੰਘੂ ਬਾਰਡਰ ਦੇ ਆਸ-ਪਾਸ ਦੇ ਬੰਦ ਰਸਤੇ ਖੁਲਵਾਉਣ ਨੂੰ ਲੈ ਕੇ ਹੋਈ ਚਰਚਾ। ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਬੰਦ ਨੇ ਰਸਤੇ। ਐਲਨਾਬਾਦ 'ਚ ਬੀਜੇਪੀ ਉਮੀਦਵਾਰ ਗੋਬਿੰਦ ਕਾਂਡਾ ਦਾ ਜ਼ਬਰਦਸਤ ਵਿਰੋਧ। ਕਿਸਾਨਾਂ ਨੇ ਪਹੁੰਚ ਕੇ ਕੀਤੀ ਨਾਅਰੇਬਾਜ਼ੀ ਤੇ ਧੱਕਾ ਮੁੱਕੀ। ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਵਾਪਸ। ਪੰਜਾਬ 'ਚ ਕਾਂਗਰਸੀਆਂ ਨੂੰ ਵੀ ਸਹਿਣਾ ਪੈ ਰਿਹਾ ਕਿਸਾਨਾਂ ਦਾ ਵਿਰੋਧ। ਨਰਮੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ। ਤਾਂ ਫਾਜ਼ਿਲਕਾ ਤੇ ਨਵਾਂਸ਼ਹਿਰ 'ਚ ਕਾਂਗਰਸ ਵਿਧਾਇਕਾਂ ਦਾ ਘਿਰਾਓ। ਸੁਲਤਾਨਪੁਰ ਲੋਧੀ ਤੋਂ ਅਕਾਲੀ ਉਮੀਦਵਾਰ ਕੈਪਟਨ ਹਰਮਿੰਦਰ ਦੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਲ ਮੁਲਾਕਾਤ। ਦੋਵਾਂ ਨੇ ਪੁਰਾਣੇ ਤਾਲੁਕਾਤ ਦਾ ਦਿੱਤਾ ਹਵਾਲਾ, ਪਰ ਸਿਆਸੀ ਫਿਜ਼ਾ 'ਚ ਲੱਗਣ ਲੱਗੇ ਕਈ ਕਿਆਸ। ਚੰਡੀਗੜ੍ਹ 'ਚ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ। ਸ਼ਹਿਰ ਦੇ ਵਿੱਚ ਲਗਾਏ ਜਾ ਰਹੇ ਨੇ 2000 ਹਾਈ ਡੈਫੀਨੇਸ਼ਨ ਕੈਮਰੇ। 1 ਜਨਵਰੀ ਤੋਂ ਹੋਣਗੇ ਚਾਲੂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਇਹ ਖਬਰ ਸੂਬੇ ਦੀ ਪੰਜਾਬ ਦੀ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ। ਕੋਲੇ ਦੀ ਕਮੀ ਕਰਕੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਗਹਿਰਾ ਗਿਆ ਹੈ। ਪੰਜਾਬ ਦੇ ਕੋਲ ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ। ਸੀਐਮ ਚਰਨਜੀਤ ਚੰਨੀ ਦੀ ਕੇਂਦਰ ਸਰਕਾਰ ਤੋਂ ਅਪੀਲ ਹੈ। ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਨੂੰ ਲੋੜ ਦੇ ਮੁਤਾਬਿਕ ਕੋਲੇ ਦੀ ਸਪਲਾਈ ਦਿੱਤੀ ਜਾਵੇ। ਘਾਟ ਕਰਕੇ ਪੂਰੀ ਸਮਰੱਥਾ ਦੇ ਨਾਲ ਪਾਵਰ ਪਲਾਂਟ ਨਹੀਂ ਚੱਲ ਰਹੇ। ਕੋਲੇ ਦੀ ਘਾਟ ਕਰਕੇ ਪਾਵਰ ਪਲਾਂਟਾਂ ਦੇ ਕਈ ਜਿਹੜੇ ਯੂਨਿਟ ਆ ਬੰਦ ਹੋ ਚੁੱਕੇ ਨੇ। ਯੂਨਿਟ ਨਹੀਂ ਚੱਲ ਰਹੇ ਤੇ ਇਸੇ ਕਰਕੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਕਿ ਢੁਕਵੀਂ ਜਿਹੜੀ ਸਪਲਾਈ ਆ ਕੋਲੇ ਦੀ ਉਹ ਕੀਤੀ ਜਾਵੇ। ਮਜਬੂਰੀ ਦੇ ਵਿੱਚ ਪਾਵਰ ਕੱਟ ਲਗਾਉਣੇ ਪੈ ਰਹੇ ਨੇ। ਸੀਐਮ ਚਰਨਜੀਤ ਚੰਨੀ ਦੇ ਵੱਲੋਂ ਪਾਵਰ ਕੱਟਾਂ ਦਾ ਵੀ ਹਵਾਲਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਕਰਕੇ ਯੂਨਿਟ ਬੰਦ ਹੋਣ ਦੇ ਕਾਰਨ ਮਜਬੂਰੀ ਦੇ ਵਿੱਚ ਪਾਵਰ ਕੱਟ ਲਗਾਉਣੇ ਪੈ ਰਹੇ ਨੇ। ਕਿਉਂਕਿ ਜੇ ਵੱਖ-ਵੱਖ ਜਗ੍ਹਾਵਾਂ ਦੀ ਗੱਲ ਕੀਤੀ ਜਾਵੇ ਤਾਂ 3 ਤੋਂ 4 ਘੰਟੇ ਦੇ ਕੱਟ ਜਿਹੜੇ ਆ ਉਹ ਫਿਲਹਾਲ ਲਗਾਏ ਜਾ ਰਹੇ ਨੇ ਬਿਜਲੀ ਵਿਭਾਗ ਦੇ ਵੱਲੋਂ। ਆਮ ਕੱਟਾਂ ਤੋਂ ਲੋਕ ਪਰੇਸ਼ਾਨ ਨੇ ਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਕੱਟਾਂ ਦੇ ਕਾਰਨ ਸਮੱਸਿਆ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਤੇ ਜੇਕਰ ਅਜੇ ਹਾਲਾਤ ਰਹਿੰਦੇ ਨੇ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਇਸੇ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਨੂੰ ਲੋੜ ਦੇ ਮੁਤਾਬਿਕ ਕੋਲੇ ਦੀ ਸਪਲਾਈ ਮਿਲੇ। ਘਾਟ ਕਰਕੇ ਪੂਰੀ ਸਮਰੱਥਾ ਦੇ ਨਾਲ ਪਾਵਰ ਪਲਾਂਟ ਨਹੀਂ ਚੱਲ ਰਹੇ। ਇਹ ਹਵਾਲਾ ਦਿੱਤਾ ਗਿਆ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ। ਸੂਬੇ ਦੀਆਂ 5 ਥਰਮਲ ਪਲਾਂਟਾਂ ਦੇ ਜਿਹੜੇ ਯੂਨਿਟ ਹੈ ਉਹ ਬੰਦ ਹੋ ਚੁੱਕੇ ਨੇ। ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੇ 2 ਯੂਨਿਟ ਜਿਹੜੇ ਕਰ ਬੰਦ ਨੇ। ਰੋਪੜ ਥਰਮਲ ਪਲਾਂਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2 ਯੂਨਿਟ ਬੰਦ ਨੇ ਤੇ ਇਹ ਯੂਨਿਟ ਬੰਦ ਹੋਣ ਦੇ ਕਾਰਨ ਹੀ ਲਗਾਤਾਰ ਜਿਹੜੀ ਸਮੱਸਿਆ ਦੇ ਨਾਲ ਆਮ ਲੋਕਾਂ ਨੂੰ ਦੋ ਚਾਰ ਹੋਣਾ ਪੈ ਰਿਹਾ। ਲਹਿਰਾ ਮੁਹੱਬਤ ਪਲਾਂਟ ਦੀ ਵੀ 1 ਯੂਨਿਟ ਜਿਹੜੀ ਆ ਉਹ ਬੰਦ ਹੋ ਚੁੱਕੀ ਹੈ ਤੇ ਇਹ ਬੰਦ ਯੂਨਿਟਾਂ ਦਾ ਹਵਾਲਾ ਜਿਹੜਾ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸੇ ਕਰਕੇ ਮਜਬੂਰੀ ਦੇ ਵਿੱਚ ਪਾਵਰ ਕੱਟ ਜਿਹੜੇ ਆ ਲਗਾਉਣ ਦੇ ਲਈ ਮਜਬੂਰ ਹੋ ਰਿਹਾ ਹੈ ਪਾਵਰ ਕਾਮੇ ਵਿਭਾਗ। ਤੇ ਸਿੱਧੇ ਤੌਰ ਤੇ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਨੂੰ ਲੋੜ ਦੇ ਮੁਤਾਬਿਕ ਕੋਲੇ ਦੀ ਸਪਲਾਈ ਮਿਲੇ। ਰੁਕ ਕਰਦੇ ਹਾਂ ਅਗਲੀ ਵੱਡੀ ਖਬਰ ਦਾ। ਸੁਲਤਾਨਪੁਰ ਲੋਧੀ ਦੇ ਵਿੱਚ ਵੱਡੀ ਸਿਆਸੀ ਹਲਚਲ ਨਜ਼ਰ ਆ ਰਹੀ ਹੈ। ਅਕਾਲੀ ਉਮੀਦਵਾਰ ਦੀ ਕੈਬਨਿਟ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ। ਰਾਣਾ ਗੁਰਜੀਤ ਜਿਹੜੇ ਕਿ ਦੁਬਾਰਾ ਤੋਂ ਹੁਣੇ ਕੈਬਨਿਟ ਮੰਤਰੀ ਬਣੇ, ਨਵੀਂ ਕੈਬਨਿਟ ਦੇ ਵਿੱਚ ਉਹਨਾਂ ਨੂੰ ਐਂਟਰੀ ਮਿਲੀ ਹੈ ਤੇ ਰਾਣਾ ਗੁਰਜੀਤ ਦੇ ਨਾਲ ਮੁਲਾਕਾਤ ਹੋਈ ਹੈ ਕੈਪਟਨ ਹਰਮਿੰਦਰ ਦੀ। ਕੈਪਟਨ ਹਰਮਿੰਦਰ ਮੇਰੇ ਪੁਰਾਣੇ ਸਾਥੀ ਨੇ, ਇਹ ਹਵਾਲਾ ਦਿੱਤਾ ਜਾ ਰਿਹਾ ਇਸ ਮੁਲਾਕਾਤ ਦੇ ਪਿੱਛੇ। ਰਾਣਾ ਗੁਰਜੀਤ ਦੇ ਵੱਲੋਂ ਦਾ ਕਹਿਣਾ ਹੈ ਕਿ ਕੈਪਟਨ ਹਰਮਿੰਦਰ ਮੇਰੇ ਪੁਰਾਣੇ ਸਾਥੀ ਨੇ। ਸੁਲਤਾਨਪੁਰ ਲੋਧੀ ਤੋਂ ਅਕਾਲੀ ਉਮੀਦਵਾਰ ਨੇ ਕੈਪਟਨ ਹਰਮਿੰਦਰ। ਤਾਂ ਦੱਸਦੀ ਕਿ ਪਿਛਲੇ ਦਿਨ ਹੀ ਕੈਪਟਨ ਹਰਮਿੰਦਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ, ਅਕਾਲੀ ਦਲ ਦਾ ਪੱਲਾ ਫੜਦੇ ਨੇ ਤੇ ਸੁਲਤਾਨਪੁਰ ਲੋਧੀ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਉਮੀਦਵਾਰੀ ਦਾ ਵੀ ਐਲਾਨ ਕੀਤਾ ਗਿਆ ਕਿ ਕੈਪਟਨ ਹਰਮਿੰਦਰ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਤੇ ਰਾਣਾ ਗੁਰਜੀਤ ਦੇ ਮੰਤਰੀ ਬਣਨ ਦਾ ਜਿਹੜਾ ਵਿਰੋਧ ਵੀ ਨਵਤੇਜ ਚੀਮਾ ਕਰ ਚੁੱਕੇ ਨੇ। ਜਦੋਂ ਦੁਬਾਰਾ ਤੋਂ ਐਂਟਰੀ ਹੁੰਦੀ ਹੈ
ਰਾਣਾ ਗੁਰਜੀਤ ਦਾ ਨਾਮ ਸਾਹਮਣੇ ਆਉਂਦਾ ਹੈ ਕਿ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਉਸ ਦੌਰਾਨ ਜਦੋਂ ਵਿਧਾਇਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਹਾਈ ਕਮਾਨ ਨੂੰ ਚਿੱਠੀ ਲਿਖੀ ਜਾਂਦੀ ਹੈ ਕਿ ਰਾਣਾ ਗੁਰਜੀਤ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ, ਤਾਂ ਉਹਨਾਂ ਵਿਧਾਇਕਾਂ ਦੇ ਵਿੱਚ ਨਵਤੇਜ ਸਿੰਘ ਚੀਮਾ ਦਾ ਨਾਮ ਹੀ ਸੀ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦਾ ਨਾਮ ਹੀ ਸੀ ਉਹਨਾਂ ਵਿਧਾਇਕਾਂ ਦੇ ਸੂਚੀ ਦੇ ਵਿੱਚ। ਤੇ ਜਦੋਂ ਅਕਾਲੀ ਦਲ ਦੇ ਉਮੀਦਵਾਰ ਰਾਣਾ ਗੁਰਜੀਤ ਨੂੰ ਮਿਲਣ ਤਾਂ ਫਿਰ ਕਈ ਤਰ੍ਹਾਂ ਦੇ ਜਿਹੜੇ ਕਿਆਸ ਲੱਗਣੇ ਸੁਭਾਵਿਕ ਨੇ। ਰਾਣਾ ਨੇ ਮਜ਼ਾਕ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਕੈਪਟਨ ਹਰਮਿੰਦਰ ਦੇ ਬੇਟੇ ਦੀ ਦਾਅਵੇਦਾਰੀ ਵੀ ਠੋਕੀ ਹੈ। ਮੈਨੂੰ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਕਿ ਮੈਂ ਅਕਾਲੀ ਦਲ 'ਚ ਜਾ ਰਿਹਾ, ਨਹੀਂ ਕੀਤਾ ਨਾ। ਅੱਜ ਪਹਿਲੇ ਦਿਨ ਬਿਲਕੁਲ ਪਹਿਲੇ ਦਿਨ ਹੋਇਆ ਕੀ ਆ ਕਿ ਇਸ ਚੀਜ਼ ਨੂੰ ਵੇਖਦਾ ਹੋਵੇ, ਉਹ ਪਤਾ ਨਹੀਂ ਨੌ ਕਿਸੇ ਨੇ ਇੰਦਰ ਦਾ ਵੀ ਚਲਾਤਾ ਉੱਥੇ ਸੁਲਤਾਨਪੁਰ, ਤੇ ਜੇ ਪਾਰਟੀ ਨੇ ਟਿਕਟ ਦੇਤੀ ਤਾਂ ਇੰਦਰ ਨੇ ਲੜਨੀ ਆ, ਫਿਰ ਨਾ ਮੈਨੂੰ ਕਿਉਂ ਇਹ ਵੀ ਆਪਣੇ ਆ ਕੋਈ ਬਿਲਕੁਲ ਤੁਹਾਡੇ ਘਰ ਸੋ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਵੱਡੀ ਸਿਆਸੀ ਹਲਚਲ ਨਜ਼ਰ ਆ ਰਹੀ ਹੈ। ਇੱਕੋ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ। ਇੱਕ ਪਾਸੇ ਕਪੂਰਥਲਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ, ਦੂਜੇ ਪਾਸੇ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ 2022 ਦੀਆਂ ਚੋਣਾਂ ਦੇ ਲਈ ਅਕਾਲੀ ਦਲ ਦੇ ਉਮੀਦਵਾਰ ਨੇ ਕੈਪਟਨ ਹਰਮਿੰਦਰ। ਦੋਵੇਂ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ। ਦੋਵਾਂ ਦੀ ਮੁਲਾਕਾਤ ਹੋਈ ਹੈ ਤੇ ਆਪਣੇ ਆਪ ਦੀ ਇਸ ਮੁਲਾਕਾਤ ਦੇ ਮਾਇਨੇ ਕੀ ਕੱਢੇ ਜਾਣ, ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਕਿਆਸ ਆਪਣੇ ਆਪ ਦੇ ਵਿੱਚ ਲਗਾਏ ਜਾ ਰਹੇ ਨੇ। ਕਿਉਂਕਿ ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ, ਪਰ ਜੇਕਰ ਗੱਲ ਕੀਤੀ ਜਾਵੇ ਤਾਂ ਰਾਣਾ ਗੁਰਜੀਤ ਤੇ ਨਵਤੇਜ ਚੀਮਾ ਦੇ ਆਪਸ ਦੇ ਵਿੱਚ ਸੰਬੰਧ ਕੋਈ ਜ਼ਿਆਦਾ ਚੰਗੇ ਨਹੀਂ ਨੇ। ਜਦੋਂ ਰਾਣਾ ਗੁਰਜੀਤ ਨੂੰ ਮੁੜ ਤੋਂ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਸ ਦੌਰਾਨ ਵਿਰੋਧ ਵੀ ਕੀਤਾ ਗਿਆ ਸੀਗਾ ਨਵਤੇਜ ਚੀਮਾ ਦੇ ਵੱਲੋਂ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਜਗਜੀਤ ਤੰਜੂ ਜੁੜੇ ਹੋਏ ਨੇ। ਜਗਜੀਤ, ਇੱਕ ਪਾਸੇ ਰਾਣਾ ਗੁਰਜੀਤ ਕੈਬਨਿਟ ਮੰਤਰੀ ਮੌਜੂਦਾ ਕਾਂਗਰਸ ਦੇ ਵਿਧਾਇਕ, ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਇੱਕੋ ਫਰੇਮ ਦੇ ਨਜ਼ਰ ਆ ਰਹੇ ਨੇ। ਮੁਲਾਕਾਤ ਹੋਈ, ਆਖਿਰਕਾਰ ਇਸ ਮੁਲਾਕਾਤ ਦੇ ਸਿਆਸੀ ਮਾਇਨੇ ਕੀ ਕੱਢੇ ਜਾਣ? ਬਿਲਕੁਲ ਪਰਮਿੰਦਰ, ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜਿਹੜੇ ਦੋਨੇ ਕੈਪਟਨ ਹਰਮਿੰਦਰ ਔਰ ਰਾਣਾ ਗੁਰਜੀਤ, ਇਹਨਾਂ ਦੇ ਪੁਰਾਣੇ ਸਬੰਧ ਨੇ, ਪਰਿਵਾਰਕ ਸਬੰਧ, ਉਹਨੂੰ ਲੈ ਕੇ ਵੀ ਇਹ ਮੁਲਾਕਾਤ ਮੰਨੀ ਜਾ ਰਹੀ ਹੈ। ਦੂਸਰੇ ਪਾਸੇ ਬੀਤੇ ਨੇ ਇੱਕ ਖਬਰ ਆਈ ਸੀਗੀ ਜੋ ਕੁਝ ਅਖਬਾਰਾਂ 'ਚ ਲੱਗੀ ਸੀਗੀ ਕਿ ਰਾਣਾ ਗੁਰਜੀਤ ਦੇ ਜੋ ਪੁੱਤਰ ਪ੍ਰਤਾਪ ਨੇ ਉਹ ਇੱਥੋਂ ਸੁਲਤਾਨਪੁਰ ਤੋਂ ਚੋਣਾਂ ਲੜਨ ਦੇ ਇਛੁਕ ਨੇ, ਤਾਂ ਉਹਨੂੰ ਲੈ ਕੇ ਵੀ ਹੋ ਸਕਦੀ ਹੈ। ਲੇਕਿਨ ਜੇ ਦੂਸਰੀ ਵੱਡੀ ਗੱਲ ਹੈ ਕਿ ਇਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਹੈ ਕਿ ਰਾਣਾ ਗੁਰਜੀਤ ਦੇ ਔਰ ਨਵਤੇਜ ਚੀਮਾ ਦੇ ਵਿੱਚ ਜਿਹੜਾ 36 ਦਾ ਅੰਕੜਾ ਹੈ, ਤਾਂ ਉਹਨੂੰ ਲੈ ਕੇ ਵੀ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਸੁਲਤਾਨਪੁਰ ਤੋਂ ਰਾਣਾ ਗੁਰਜੀਤ ਨੇ ਉਹ ਕੈਪਟਨ ਹਰਮਿੰਦਰ ਦੀ ਮਦਦ ਵੀ ਕਰ ਸਕਦੇ ਨੇ। ਔਰ ਅਜਿਹਾ ਜਿਹੜੀ ਵੀਡੀਓ ਆ ਇਹਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲੇਗਾ ਜੀ। ਤੇ ਇਸ ਮੁਲਾਕਾਤ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਨਵਤੇਜ ਚੀਮਾ ਦੀ, ਉਹਨਾਂ ਦਾ ਕੋਈ ਪ੍ਰਤੀਕਰਮ ਸਾਹਮਣੇ ਆ ਹੋਵੇ ਜਾਂ ਉਸ ਮੁਲਾਕਾਤ ਨੂੰ ਕਿਵੇਂ ਵੇਖ ਰਹੇ ਨੇ? ਕਾਂਗਰਸ ਪਾਰਟੀ ਹੋਰ ਹਲਕਿਆਂ ਦੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਮੁਲਾਕਾਤ ਨੂੰ ਕਿਵੇਂ ਵੇਖਿਆ ਜਾ ਰਿਹਾ? ਕਿਉਂਕਿ ਸਵਾਲ ਤਾਂ ਆਪਣੇ ਆਪ ਦੇ ਵਿੱਚ ਖੜੇ ਹੁੰਦੇ ਨੇ, ਕਿਆਸ ਤਾਂ ਆਪਣੇ ਆਪ ਦੇ ਵਿੱਚ ਲੱਗ ਜਾਂਦੇ ਨੇ ਕਿ ਜਦੋਂ ਇੱਕ ਪਾਸੇ ਉਮੀਦਵਾਰ ਹੈ ਅਕਾਲੀ ਦਲ ਦਾ, ਦੂਜੇ ਪਾਸੇ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ, ਕੈਬਨਿਟ ਮੰਤਰੀ ਨੇ, ਤੇ ਇੱਕੋ ਫਰੇਮ ਦੇ ਵਿੱਚ ਨਜ਼ਰ ਆਉਣ ਤਾਂ ਫਿਰ ਸਿਆਸੀ ਮਾਇਨੇ ਤਾਂ ਬਹੁਤ ਸਾਰੇ ਨਿਕਲਦੇ ਨੇ। ਪਰਮਿੰਦਰ, ਸਭ ਤੋਂ ਪਹਿਲਾਂ ਗੱਲ ਹੈ ਕਿ ਨਵਤੇਜ ਚੀਮਾ ਦੇ ਨਾਲ ਅਜੇ ਇਸ ਵਕਤ ਦੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ। ਲੇਕਿਨ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕੈਪਟਨ ਹਰਮਿੰਦਰ ਤੇ ਰਾਣਾ ਗੁਰਜੀਤ ਦੀ ਮੁਲਾਕਾਤ ਦੀ, ਤਾਂ ਉਹਨਾਂ ਵੱਲੋਂ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਆਪਣੇ ਰਿਲੇਸ਼ਨ ਨੇ। ਔਰ ਦੂਸਰੀ ਗੱਲ ਉਹ ਇਹ ਕਰ ਰਹੇ ਨੇ ਕਿ ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਜਿਹੜੇ ਇੱਥੋਂ ਭਲਾਕ ਤੋਂ ਵਿਧਾਇਕ ਨੇ, ਮਾਫ ਕਰਨਾ, ਭਲਾਕ ਤੋਂ ਨੇ, ਤਾਂ ਉਹਨਾਂ ਦੇ ਨਾਲ ਵੀ ਰਾਣਾ ਜੀ ਦੇ ਰਿਲੇਸ਼ਨ ਹੈ। ਲੇਕਿਨ ਉਹਦੇ ਬਾਵਜੂਦ ਉਹਨਾਂ ਨੇ ਡਿੰਪਾ ਨੂੰ ਜਿਤਾਇਆ ਹੈ। ਤੇ ਰਾਣਾ ਗੁਰਜੀਤ ਦਾ ਇਹੀ ਕਹਿਣਾ ਹੈ ਕਿ ਇਹ ਇੱਕ ਉਹਨਾਂ ਸਿਰਫ ਪਰਿਵਾਰਕ ਰਿਲੇਸ਼ਨ ਨੇ ਜੋ ਇਹ ਕਿਸੇ ਵੀ ਪਾਰਟੀ ਦੇ ਵਿੱਚ ਜਾਂ ਕਿਸੇ ਬੰਦੇ ਨਾਲ ਹੋ ਸਕਦੇ ਨੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਉਹਨਾਂ ਦੀ ਮਦਦ ਕਰ ਰਹੇ ਨੇ। ਠੀਕ ਹੈ ਜਗਜੀਤ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਲਾਂਕਿ ਰਾਣਾ ਗੁਰਜੀਤ ਦੇ ਵੱਲੋਂ ਪੁਰਾਣੇ ਰਿਸ਼ਤੇ ਨਾਤਿਆਂ ਦਾ, ਪੁਰਾਣੇ ਤਾਲੁਕਾਤ ਹੋਣ ਦਾ ਜਿਹੜਾ ਹਵਾਲਾ ਦਿੱਤਾ ਜਾ ਰਿਹਾ, ਪਰ ਜਦੋਂ ਅਲੱਗ-ਅਲੱਗ ਪਾਰਟੀਆਂ ਦੇ ਆਗੂ, ਅਲੱਗ-ਅਲੱਗ ਪਾਰਟੀਆਂ ਦੇ ਜਿਹੜਾ ਇੱਕ ਵਿਧਾਇਕ ਤੇ ਇੱਕ ਉਮੀਦਵਾਰ ਇੱਕ ਫਰੇਮ ਦੇ ਵਿੱਚ ਨਜ਼ਰ ਆਉਣ ਤਾਂ ਸਿਆਸੀ ਮਾਇਨੇ ਬਹੁਤ ਸਾਰੇ ਕੱਢੇ ਜਾ ਸਕਦੇ ਨੇ। ਆਖਿਰਕਾਰ ਹੋਰ ਕਿਸ ਤਰ੍ਹਾਂ ਦੇ ਮਾਇਨੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਾਫ਼ ਹੋ ਜਾਵੇਗਾ। ਹੁਣ ਗੱਲ ਕਰਾਂਗੇ ਕਿਸਾਨਾਂ ਵੱਲੋਂ ਲਏ ਗਏ ਵੱਡੇ ਫੈਸਲਿਆਂ ਦੀ। ਲਖੀਮਪੁਰ ਕਾਂਡ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਤੇਜ਼ ਕਰਨ ਦੀ ਤਿਆਰੀ ਕਰ ਦਿੱਤੀ ਹੈ ਤੇ ਇਸ ਦੇ ਲਈ ਬਕਾਇਦਾ ਪ੍ਰਦਰਸ਼ਨਾਂ ਦਾ ਐਲਾਨ ਕਰ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਕਾਂਡ ਨੂੰ ਕਿਸਾਨਾਂ ਤੇ ਟੈਰਰ ਅਟੈਕ ਤੱਕ ਕਰਾਰ ਦੇ ਦਿੱਤਾ ਹੈ।
ਲਖੀਮਪੁਰ ਕਾਂਡ ਤੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਕਿਸਾਨਾਂ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ। ਲਖੀਮਪੁਰ ਕਾਂਡ ਦੇ ਸਮਝੌਤੇ ਦੌਰਾਨ ਮੰਨੀਆਂ ਮੰਗਾਂ ਨਾ ਪੂਰੀਆਂ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਨੇ ਅਲਟੀਮੇਟਮ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਹੈ। ਕਿਹੜੇ ਵੱਡੇ ਐਲਾਨ ਕੀਤੇ ਗਏ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ। 12 ਅਕਤੂਬਰ ਨੂੰ ਸ਼ਹੀਦੀ ਸਮ੍ਰਿਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। 12 ਅਕਤੂਬਰ ਨੂੰ ਲਖੀਮਪੁਰ ਦੇ ਤਿਕੋਨੀਆਂ ਤੋਂ ਦੇਸ਼ ਭਰ ਦੇ ਵਿੱਚ 5 ਮ੍ਰਿਤਕਾਂ ਦੀ ਅਸਥੀ ਕਲਸ਼ ਯਾਤਰਾ ਕੱਢੀ ਜਾਵੇਗੀ। 15 ਅਕਤੂਬਰ ਨੂੰ ਦੁਸ਼ਹਿਰੇ ਦੇ ਦਿਨ ਦੇਸ਼ ਭਰ ਦੇ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। 18 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਤੇ 26 ਅਕਤੂਬਰ ਨੂੰ ਲਖਨਊ ਦੇ ਵਿੱਚ ਮਹਾਂ ਪੰਚਾਇਤ ਕਰਨ ਦਾ ਫੈਸਲਾ ਲਿਆ ਗਿਆ। ਕਿਸਾਨਾਂ ਨੇ ਇਸ ਦੌਰਾਨ ਲੋਕਾਂ ਤੋਂ ਪਹਿਲਾਂ ਵਾਂਗ ਸਹਿਯੋਗ ਵੀ ਮੰਗਿਆ। तिकोनिया लखीमपुर खीरी में 12 तारीख को सुबह पहुंचिए, उन शहीदों को श्रद्धांजलि दीजिए। झूठ और अहंकार के इन 3 प्रतिनिधियों को चुनकर इस बार दशहरा में उनका पुतला दहन किया जाएगा। 18 अक्टूबर को रेल रोको सुबह 10 बजे से शाम 4 बजे तक संयुक्त किसान मोर्चा की तरफ से रेल रोको के कार्यक्रम का आह्वान दिया गया। 26 अक्टूबर का 26 तारीख हमारे लिए बड़ी महत्वपूर्ण हो गई है हर महीने की। 26 अक्टूबर को उत्तर प्रदेश की राजधानी लखनऊ में एक ऐतिहासिक महापंचायत का आयोजन किया जाएगा। ਉਧਰ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਕਹਿਣਾ ਹੈ ਕਿ ਭਾਜਪਾ ਹਿੰਸਾ ਦੇ ਰਾਹ ਤੇ ਹੈ ਤੇ ਅਸੀਂ ਸ਼ਾਂਤਮਈ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਇਹਨਾਂ ਦੀ ਹਿੰਸਾਵਾਦੀ ਨੀਤੀ ਨੂੰ ਜਵਾਬ ਦੇਵਾਂਗੇ। हम इनके हिंसक टाकरे का, इनके जबर का जवाब अपने तीखे संघर्ष के साथ बैलेंस को कायम रखते हुए इसका पूरा जवाब इनको ठोकर जवाब देंगे। ਕਿਸਾਨ ਅੰਦੋਲਨ ਨੂੰ 1 ਸਾਲ ਹੋਣ ਵਾਲਾ ਹੈ ਤੇ 11 ਦੌਰ ਦੀ ਮੀਟਿੰਗ ਤੋਂ ਬਾਅਦ ਵੀ ਅਜੇ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਪਰ ਕਿਸਾਨ ਅਜੇ ਵੀ ਸੱਦੇ ਦੀ ਉਡੀਕ ਕਰ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਰੁਕ ਕਰਦੇ ਹਾਂ ਅਗਲੀ ਵੱਡੀ ਖਬਰ ਦਾ। ਇਹ ਖਬਰ ਗਵਾਂਢੀ ਸੂਬੇ ਹਰਿਆਣਾ ਦੇ ਨਾਲ ਜੁੜੀ ਹੋਈ ਹੈ। ਐਲਨਾਬਾਦ ਦੇ ਵਿੱਚ ਬੀਜੇਪੀ ਉਮੀਦਵਾਰ ਦਾ ਜ਼ਬਰਦਸਤ ਵਿਰੋਧ ਹੋਇਆ। ਗੋਬਿੰਦ ਕਾਂਡਾ ਦੇ ਪ੍ਰੋਗਰਾਮ ਦੌਰਾਨ ਕਿਸਾਨ ਪਹੁੰਚ ਗਏ ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਇਸ ਦੌਰਾਨ ਧੱਕਾ ਮੁੱਕੀ ਵੀ ਹੋਈ ਹੈ। ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਵਾਪਸ ਜਾਣਾ ਪਿਆ। ਐਲਨਾਬਾਦ ਜ਼ਿਮਨੀ ਚੋਣ ਦੇ ਦਰਅਸਲ ਬੀਜੇਪੀ ਉਮੀਦਵਾਰ ਨੇ ਗੋਬਿੰਦ ਕਾਂਡਾ, ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਇਸ ਜ਼ਿਮਨੀ ਚੋਣ ਦੇ ਲਈ ਤੇ ਜਦੋਂ ਉਹ ਇਸ ਹਲਕੇ ਦੇ ਵਿੱਚ ਪਹੁੰਚੇ ਤਾਂ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਪ੍ਰੋਗਰਾਮ ਵਿਚਾਲੇ ਛੱਡ ਕੇ ਹੀ ਗੋਬਿੰਦ ਕਾਂਡਾ ਨੂੰ ਉੱਥੋਂ ਵਾਪਸ ਜਾਣਾ ਪਿਆ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਐਲਨਾਬਾਦ ਦੀਆਂ, ਜਿੱਥੇ ਕਿ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਜ਼ਿਮਨੀ ਚੋਣ ਦੇ ਬੀਜੇਪੀ ਦੇ ਜ਼ਿਮਨੀ ਚੋਣ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ। ਗੋਬਿੰਦ ਕਾਂਡਾ ਦੇ ਪ੍ਰੋਗਰਾਮ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਗਏ। ਕਿਸਾਨਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਦੌਰਾਨ ਧੱਕਾ ਮੁੱਕੀ ਵੀ ਹੋਈ ਹੈ। ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰ ਰਹੀਆਂ ਨੇ ਤੇ ਜਿਸ ਕਰਕੇ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਗੋਬਿੰਦ ਕਾਂਡਾ ਨੂੰ ਉੱਥੋਂ ਵਾਪਸ ਜਾਣਾ ਪਿਆ। ਐਲਨਾਬਾਦ ਹਰਿਆਣਾ ਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ। ਜ਼ਿਮਨੀ ਚੋਣ ਹੋਣ ਜਾ ਰਹੀ ਹੈ ਐਲਨਾਬਾਦ ਦੀ ਤੇ ਬੀਜੇਪੀ ਦੇ ਉਮੀਦਵਾਰ ਨੇ ਗੋਬਿੰਦ ਕਾਂਡਾ ਤੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਸਨ। ਗੋਬਿੰਦ ਕਾਂਡਾ ਦੇ ਜਦੋਂ ਕਿਸਾਨਾਂ ਤੱਕ ਖਬਰ ਪਹੁੰਚਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਜਾਂਦੇ ਨੇ ਤੇ ਇਸ ਦੌਰਾਨ ਗੋਬਿੰਦ ਕਾਂਡਾ ਦਾ ਜ਼ਬਰਦਸਤ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਗੱਲ ਕਰਾਂਗੇ ਫਾਜ਼ਿਲਕਾ ਦੀ। ਫਾਜ਼ਿਲਕਾ ਦੇ ਵਿੱਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ ਹੋਇਆ। ਕਿਸਾਨਾਂ ਤੇ ਆਮ ਲੋਕਾਂ ਨੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਵਿਧਾਇਕ ਘੁਬਾਇਆ ਨੂੰ ਘੇਰਿਆ। ਵਿਧਾਇਕ ਘੁਬਾਇਆ ਤੋਂ ਲੋਕਾਂ ਨੇ ਕਿਹੜੇ ਸਵਾਲ ਪੁੱਛੇ ਤੇ ਘੁਬਾਇਆ ਦੇ ਵੱਲੋਂ ਕੀ ਜਵਾਬ ਦਿੱਤੇ ਗਏ, ਇਹ ਰਿਪੋਰਟ ਵੇਖੋ। ਸਵਾਲਾਂ ਦੇ ਜਵਾਬ ਦਿਓ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵਿਧਾਇਕ ਦਵਿੰਦਰ ਘੁਬਾਇਆ ਨੂੰ ਤਿੱਖੇ ਸਵਾਲ। ਸੜਕ ਤੇ 4.5 ਸਾਲ ਦਾ ਹਿਸਾਬ ਕਿਉਂ ਨਹੀਂ ਆਏ ਜੀ? ਇਹ ਆਪਣੇ ਇਹਨਾਂ ਨੂੰ ਪੁੱਛੋ ਸਰਪੰਚ ਸਾਹਿਬ ਕਿੰਨੇ ਦੀ ਦੁਕਾਨੀ ਤੇ ਆਇਆ। ਤੁਹਾਨੂੰ ਜਨਤਾ ਦੇ ਵੱਲੋਂ ਕੀਤੇ ਗਏ ਇੱਕ ਸਵਾਲ ਤੋਂ ਵਾਕਿਫ ਕਰਵਾਵਾਂਗੇ ਤੇ ਆਖਿਰਕਾਰ ਜਨਤਾ ਦੇ ਸਵਾਲਾਂ ਦਾ ਵਿਧਾਇਕ ਸਾਹਿਬ ਦੇ ਵੱਲੋਂ ਜਵਾਬ ਕੀ ਦਿੱਤਾ ਗਿਆ ਉਸ ਬਾਰੇ ਵੀ ਦੱਸਾਂਗੇ। ਜਨਤਾ ਸਭ ਤੋਂ ਪਹਿਲਾਂ ਸਵਾਲ ਕਰਦੀ ਹੈ ਕਿ 4.5 ਸਾਲ ਕਿੱਥੇ ਸੀ ਤੇ ਅੱਜ 4 ਸਾਲ ਹੋ ਗਏ, 4 ਸਾਲ ਦਾ ਪਾਏ ਨਹੀਂ ਜੀ। ਤੁਸੀਂ ਆਪ ਨਹੀਂ ਇੱਥੇ ਹੋਗੇ, ਤੁਸੀਂ ਮੈਂ ਤੁਹਾਡਾ ਕੁਝ ਕਰ ਸਕਦਾ।
ਜਨਤਾ ਸਵਾਲਾਂ ਦੀ ਝੜੀ ਲਗਾਉਂਦੀ ਹੈ ਤੇ ਅਗਲਾ ਸਵਾਲ ਵਿਧਾਇਕ ਨੂੰ ਕੀਤਾ ਜਾਂਦਾ ਹੈ ਕਿ ਨਸ਼ਾ ਕਿਉਂ ਨਹੀਂ ਖਤਮ ਹੋਇਆ। नशा क्या सी एक हफ्ते खत्म करांगे नशा हुई हो नशा मैं पिंड जाके बंदे जो विखा देना ना जाने को मोबाइल खो के ले ਜਾਂਦੇ ਆ ਨਸ਼ੇ ਵਾਲੇ ਮੁੱਦਿਆਂ ਦੀ ਲੜਾਈ ਹੈ ਸਾਰੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ। ਨਸ਼ਾ ਖਤਮ ਮੈਂ ਮੰਨਦਾ ਨਹੀਂ ਹੋਇਆ ਪਰ ਘਟਿਆ ਹੈ। ਫਿਰ ਵਾਰੀ ਆਉਂਦੀ ਹੈ ਰੁਜ਼ਗਾਰ ਦੀ ਤੇ ਨੌਜਵਾਨ ਵਿਧਾਇਕ ਦਵਿੰਦਰ ਘੁਬਾਇਆ ਨੂੰ ਸਵਾਲ ਕਰਦੇ ਨੇ ਕਿ ਕਿੱਥੇ ਹੈ ਨੌਕਰੀ। अपनी कांग्रेस सरकार ने इन्ने वादे किते घर नौकरी आ मेरी सारी पंचायत दे नौजवान करने एक बंदा नहीं नौकरी लग्या जी। ਤੁਸੀਂ ਹੁਣ ਪੁਲਿਸ ਵਿੱਚ ਨੌਕਰੀਆਂ ਬਿਜਲੀ ਬੋਰਡ 'ਚ ਨੌਕਰੀਆਂ ਸਾਰੇ ਪਾਸੇ ਨਿਕਲੇ ਅਪਲਾਈ ਕਰੋ ਤੁਹਾਡੀ ਕਾਬਲੀਅਤ ਦੇ ਆਧਾਰ ਤੇ। ਜਨਤਾ ਵੱਲੋਂ ਅਗਲਾ ਸਵਾਲ ਕੀਤਾ ਜਾਂਦਾ ਹੈ ਕਿ ਪੇਪਰ ਕੈਂਸਲ ਕਿਉਂ ਹੋਏ। सब इंस्पेक्टर तो मैं पेपर देता हूँ पेपर ही कैंसिल कर दिता गया है। ਉਹ ਦੁਬਾਰਾ ਹੋ ਜਾਏਗਾ ਜੇ ਕੈਂਸਲ ਹੋਏ। ਫਿਰ ਜਨਤਾ ਦਾ ਅਗਲਾ ਸਵਾਲ ਆਉਂਦਾ ਹੈ ਕਿ ਪੇਪਰ ਕੈਂਸਲ ਕੌਣ ਕਰਦਾ ਹੈ। 10 दिन बाद चोन जाब्ता लग जाना कितने होगा जी। ਚੋਣ ਜਾਬਤਾ ਤੈਨੂੰ ਤਾਂ ਜੇ 6 ਮਹੀਨੇ ਪਏ। ਜਨਤਾ ਵੱਲੋਂ ਸਵਾਲ ਸੜਕਾਂ ਦੀ ਹੋਈ ਦੁਰਦਸ਼ਾ ਨੂੰ ਲੈ ਕੇ ਵੀ ਕੀਤਾ ਜਾਂਦਾ ਹੈ। 4.5 ਸਾਲ ਹੋ ਗਏ ਤੁਸੀਂ ਕੰਮ ਕੀਤਾ ਆ ਸੜਕ ਨੂੰ ਕਿੰਨੇ 4 ਸਾਲ ਹੋ ਗਏ ਰਿਪੇਅਰ ਚ ਪੈ ਗਈ ਜੀ ਰਿਪੇਅਰ ਹੋ ਜਾਏ। ਤੇ ਫਿਰ ਜਨਤਾ ਵਿਧਾਇਕ ਸਾਹਿਬ ਨੂੰ ਸਵਾਲ ਕਰਦੀ ਹੈ ਕਿ ਵੋਟਾਂ ਸਮੇਂ ਹੀ ਯਾਦ ਕਿਉਂ ਆਈ। 4 ਸਾਲ ਹੋ ਗਏ ਅਜੇ ਤੱਕ ਤਾਂ ਬਣੀ ਨਹੀਂ ਸਾਡੀ। ਜਦੋਂ ਵੋਟਾਂ ਦੇ ਟਾਈਮ ਆਇਆ ਉਦੋਂ ਹੀ ਕਿਉਂ ਰਿਪੇਅਰ ਚ ਪੈਂਦੇ ਜੀ 4 ਸਾਲ ਪਹਿਲਾਂ ਆਪਾਂ ਕਿੱਧਰ ਆਏ ਕਿਉਂ ਨਹੀਂ ਆਏ ਜੀ। ਇਹ ਆਪਣੇ ਇਹਨਾਂ ਨੂੰ ਪੁੱਛੋ ਸਰਪੰਚ ਸਾਹਿਬ ਕਿੰਨੇ ਰੀ ਤੋਂ ਵੀ ਟਾਣੀ ਤੇ ਆਇਆ। ਕਿਸਾਨ ਮਜ਼ਦੂਰ ਏਕਤਾ। ਵਿਧਾਇਕ ਤੋਂ ਪੁੱਛੇ ਇਹਨਾਂ ਸਵਾਲਾਂ ਨੇ ਜਨਤਾ ਦੀ ਜਾਗਰੂਕਤਾ ਤੇ ਲੋਕਤੰਤਰ ਦੇ ਵਿੱਚ ਵੋਟ ਦੇ ਅਧਿਕਾਰ ਦੀ ਅਹਿਮੀਅਤ ਨੂੰ ਹੋਰ ਮਜ਼ਬੂਤ ਕੀਤਾ ਹੈ। 2022 ਤੋਂ ਪਹਿਲਾਂ ਵੋਟ ਮੰਗਣ ਆਉਣ ਵਾਲੇ ਉਮੀਦਵਾਰਾਂ ਦੇ ਲਈ ਵੱਡਾ ਇਸ਼ਾਰਾ ਹੈ ਕਿ ਜਨਤਾ ਦੀ ਕਚਹਿਰੀ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਿਆਂ ਦਾ ਲੇਖਾ ਜੋਖਾ ਨਾਲ ਜ਼ਰੂਰ ਲੈ ਕੇ ਆਉਣ। ਫਾਜ਼ਿਲਕਾ ਤੋਂ ਸੁਰਿੰਦਰ ਗੋਇਲ, ਨਿਊਜ਼ 18 ਪੰਜਾਬ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਇੱਕ ਖਬਰ ਸਿੰਘੂ ਬਾਰਡਰ ਦੇ ਨਾਲ ਜੁੜੀ ਹੋਈ ਹੈ। ਸਿੰਘੂ ਬਾਰਡਰ ਦੇ ਰਸਤਾ ਖੋਲ੍ਹਣ ਦੀ ਮੰਗ ਤੇਜ਼ ਹੋਣ ਲੱਗੀ ਹੈ। ਇਸੇ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਦੇ ਨਾਲ ਮੁਲਾਕਾਤ ਕੀਤੀ ਤੇ ਕਿਸਾਨ ਅੰਦੋਲਨ ਦੇ ਕਾਰਨ ਬੰਦ ਰਸਤਾ ਖਲਵਾਉਣ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ। ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਮਾਮਲੇ ਦੇ ਵਿੱਚ ਜਥੇਬੰਦੀਆਂ ਨੂੰ ਪਾਰਟੀ ਬਣਾਉਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ। बॉर्डर के जो आसपास के गांव के लोग हैं उनका एक प्रतिनिधिमंडल ये मिलने के लिए आया था। उनकी मुख्य समस्या तो जो रास्ता है सिंघू बॉर्डर का उसको खोलने के लिए उनकी ओर से डिमांड थी। इसका जैसे आपको पता है कि सर्वदूर इसकी मांग है कि रास्ते खोले जाएं। उसमें सुप्रीम कोर्ट ने भी संज्ञान लिया है। पिछली 4 तारीख को उन्होंने बुलाया था, हरियाणा सरकार को भी बुलाया था। संबंधित पक्षों में किसानों के प्रतिनिधियों को उस समय नहीं बुलाया था। बाद में उन्होंने 4 तारीख को कहा है कि अब किसानों के प्रतिनिधियों को भी बुलाया जाए। तो उनको सबको भी 43 लोगों को पार्टी बनाया है और उनको भी नोटिस जारी हुए हैं। तो अगली 20 तारीख वहाँ लगी है उनको वहाँ बुला करके, और ये सारा रास्ते का मुझे लगता है कि जल्दी इसका समाधान हो जाएगा। ਤੇ ਹੁਣ ਖਬਰ ਚੰਡੀਗੜ੍ਹ ਤੋਂ, ਜਿੱਥੇ ਸਮਾਰਟ ਸਿਟੀ ਦੇ ਤਹਿਤ ਹਾਈ ਡੈਫੀਨੇਸ਼ਨ ਕੈਮਰੇ ਲੱਗ ਰਹੇ ਨੇ। ਅਧਿਕਾਰੀਆਂ ਦੇ ਮੁਤਾਬਿਕ ਸ਼ਹਿਰ ਦੇ ਵਿੱਚ 2000 ਦੇ ਕਰੀਬ ਕੈਮਰੇ ਲਗਾਏ ਜਾਣਗੇ ਜੋ 1 ਜਨਵਰੀ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਹਨਾਂ ਕੈਮਰਿਆਂ ਦੇ ਵਿੱਚ ਸ਼ਹਿਰ ਦੀ ਹਰ ਗਤੀਵਿਧੀ ਕੈਦ ਹੋਵੇਗੀ ਤੇ ਲੋਕਾਂ ਨੂੰ ਬਿਨਾਂ ਕਾਰਨ ਡਰਨ ਦੀ ਲੋੜ ਨਹੀਂ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਘਰ ਪਹੁੰਚੇਗਾ ਤੇ ਹਰ ਸ਼ੱਕੀ ਵਿਅਕਤੀ ਵੀ ਕੈਮਰੇ ਦੇ ਵਿੱਚ ਕੈਦ ਹੋਵੇਗਾ। मेन पर्पज़ ये है कि कॉरपोरेशन जो है, कॉरपोरेशन ने हर किस्म की पब्लिक एमिनिटीज़ जो है, बेसिक एमिनिटीज़ जो है वो प्रोवाइड करनी है सिटीजन्स को। लेकिन उन सर्विसेज को कितना ज़्यादा इफ़ेक्टिव किया जा सकता है और टेक्नोलॉजी की बहुत ज़्यादा इंटरवेंशन से हम सिस्टम्स को इम्प्रूव कैसे कर सकते हैं, उस तरह के काम हम स्मार्ट सिटी की तरफ से करते हैं। बेसिक सिस्टम्स तो कॉरपोरेशन ने इन प्लेस कर दिए हैं। फॉर एग्ज़ाम्पल जैसे कि आपको पता है कि अभी हम आज़ादी का अमृत महोत्सव मना के हटे हैं। 75 साल पूरे हो रहे हैं हमारे देश को आज़ाद हुए। उसके साथ ही एक सोच है कि हमें बाकी चीज़ों से भी फ्रीडम चाहिए।
कैसी फ्रीडम? फ्रीडम फ्रॉम ट्रैफिक प्रॉब्लम्स, फ्रीडम फ्रॉम क्राइम, फ्रीडम फ्रॉम गार्बेज। सो हमारा ध्यान इन थीम्स पे है, इसलिए स्मार्ट सिटी की तरफ से ये सारे प्रोग्राम्स जो है बनाए गए। सो फिलहाल इस बुलेटिन ਦੇ ਵਿੱਚ ਇੰਨਾ ਹੀ, इजाजत ਦਿਓ, धन्यवाद।